ਵੈਲਕਮ ਮਾਈ ਡੀਅਰ ਸਟੂਡੈਂਟਸ। ਬੇਟੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ। ਆਪਾਂ ਕਰ ਰਹੇ ਹਾਂ ਬੇਟਾ ਜੀ ਐਕਸਰਸਾਈਜ਼ 11.2 ਤੇ ਇਹਦੇ ਜਿਹੜੇ 6 ਕੁਐਸਚਨਸ ਨੇ ਆਪਾਂ ਪਹਿਲਾਂ ਸੋਲਵ ਕਰ ਲਏ ਸੀ। ਅੱਜ ਆਪਾਂ ਕਰਾਂਗੇ ਇਹਦਾ ਮੋਸਟ ਇੰਪੋਰਟੈਂਟ ਕੁਐਸਚਨ 7th ਤੋਂ ਸਟਾਰਟ। ਠੀਕ ਹੈ ਜੀ, ਤਾਂ ਬਣੇ ਰਹੋ ਚੈਨਲ ਦੇ ਨਾਲ, ਇਸ ਵੀਡੀਓ ਦੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਤਾਂ ਕਿ ਤੁਹਾਨੂੰ ਸਾਰੇ ਇੰਪੋਰਟੈਂਟ ਕੁਐਸਚਨਸ ਚੰਗੀ ਤਰ੍ਹਾਂ ਸਮਝ ਆ ਜਾਣ। बेटा 7th क्वेश्चन की स्टेटमेंट देखो, द फ्लोर ऑफ ए बिल्डिंग कंसिस्ट्स ऑफ 3000 टाइल्स। तो अपने को एक बिल्डिंग का फर्श है, वो 3000 टाइलों लगदियां ने, विच आर रोम्बस शेप्ड, जिन्हों की शेप की है सम चतुर्भुज, एंड ईच ऑफ इट्स डायगनल्स आर 45 सेंटीमीटर एंड 30 सेंटीमीटर इन लेंथ। और दोनों डायगनल देते। फाइंड द टोटल कॉस्ट ऑफ पॉलिशिंग द फ्लोर, सारी फ्लोर ਨੂੰ ਪੋਲਿਸ਼ ਕਰਨੀ ਹੈ, ਤਾਂ ਉਹਦੀ ਕਹਿੰਦੇ ਕੁੱਲ ਲਾਗਤ ਕਿੰਨੀ ਹੋਊਗੀ। ਇਫ ਦਾ ਕਾਸਟ ਪਰ ਮੀਟਰ ਸਕੁਅਰ ਇਜ਼ ₹4, ਜੇ 1 ਮੀਟਰ ਸਕੁਅਰ ਦੇ 4 ਰੁਪਏ ਲੱਗਦੇ ਨੇ ਤਾਂ। ਬੇਟਾ ਨਾਲ ਦੀ ਨਾਲ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਸਟੇਟਮੈਂਟ ਦੱਸਤੀ, ਤਾਂ ਆਪਾਂ ਇਹਨੂੰ ਹੁਣ ਸ਼ੁਰੂ ਕਰਦੇ ਹਾਂ ਲਿਖਣਾ। ਹਾਂਜੀ, ਕਿਸ ਤਰ੍ਹਾਂ ਲਿਖਾਂਗੇ ਆਪਾਂ। ਆਪਣੇ ਕੋਲੇ ਜਿਹੜੀਆਂ ਟਾਇਲਸ ਨੇ ਬੇਟਾ ਉਹ ਰੋਮਬਸ ਸ਼ੇਪਡ ਨੇ, ਉਹਨਾਂ ਦੇ ਡਾਇਗਨਲ ਦਿੱਤੇ ਹੋਏ ਨੇ। ਇੱਕ ਹੈਗਾ 45 ਸੈਂਟੀਮੀਟਰ ਤੇ ਦੂਸਰਾ ਹੈਗਾ ਆਪਣੇ ਕੋਲੇ 30 ਸੈਂਟੀਮੀਟਰ। ਇਹਦੇ ਵਿੱਚ ਜਿਹੜੀ ਤੁਸੀਂ ਮੇਨ ਗੱਲ ਧਿਆਨ 'ਚ ਰੱਖਣੀ ਹੈ ਕਿ ਜਿਹੜਾ ਖਰਚਾ ਹੈ ਉਹ ਮੀਟਰ ਸਕੁਅਰ 'ਚ ਦਿੱਤਾ ਹੋਇਆ, ਤੇ ਜਿਹੜੀਆਂ ਟੈਲਾਂ ਦਾ ਮੈਜਰਮੈਂਟ ਹੈ ਉਹ ਸੈਂਟੀਮੀਟਰ 'ਚ ਹੈ। ਬਸ ਇੱਥੇ ਜਦੋਂ ਤੁਸੀਂ ਆਪਾਂ ਧਿਆਨ ਦੇਗੇ ਤਾਂ ਆਪਣਾ ਸਵਾਲ ਕਦੇ ਵੀ ਗਲਤ ਨਹੀਂ ਹੋਊਗਾ, ਕਿਉਂਕਿ ਤੁਹਾਡੇ ਧਿਆਨ 'ਚ ਆ ਜਾਊਗਾ ਕਿ ਪਹਿਲਾਂ ਸੈਂਟੀਮੀਟਰਾਂ ਨੂੰ ਜਾਂ ਤਾਂ ਮੀਟਰਾਂ 'ਚ ਬਦਲਣਾ, ਜਾਂ ਪਹਿਲਾਂ ਖੇਤਰਫਲ ਕੱਢ ਕੇ ਬਾਅਦ 'ਚੋਂ ਜਦੋਂ ਉਹਨੂੰ ਮੀਟਰਾਂ 'ਚ ਚੇਂਜ ਕਰਨਾ ਹੀ ਪੈਣਾ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ। डायगनल्स ऑफ टाइल किहड़े ने 45 सेंटीमीटर ते 30 सेंटीमीटर। इन्हों मीटर के चेंज कर लो, 45/100 मीटर ते 30/100 मीटर। ठीक है जी, तो ये जो हुण सम चतुर्भुज हुंदा है उहदा खेत्रफल आपां किवें कढदे हुंदे आ, एरिया ऑफ रोम्बस शेप्ड टाइल कितना होगा बेटा 1/2 गुणा डायगनल 1 गुणा डायगनल 2। तो 1/2 डायगनल 1 कितना है 45/100, डायगनल 2 कितना है 30/100। जोड़ा कुछ कट रहा है कटा लो, देखो 2 के पहाड़े ते 30 कट रहे हैं। ठीक है, होर नहीं आपां कुछ भी कटावांगे ताकि ओवरां दे विच ना रह जाए अपना आंसर। 45 ਨੂੰ 15 ਦੇ ਨਾਲ ਗੁਣਾ ਕਰਾਂਗੇ। देखो गुणा ਆਪਾਂ ਕਰ ਲਈ ਤਾਂ ਇਹ ਆ ਗਿਆ ਬੇਟਾ 675 ਬਟੇ 1 ਦੇ ਨਾਲ 4 ਜ਼ੀਰੋਆਂ ਇੰਨੇ ਮੀਟਰ ਸਕੁਅਰ। ਠੀਕ ਹੈ ਜੀ, ਇੰਨਾ ਸਮਝ ਆ ਗਿਆ। ਇਹ ਕਿਹਦਾ ਏਰੀਆ ਕੱਢਿਆ ਸੀ ਆਪਾਂ, ਇੱਕ ਟਾਈਲ ਦਾ, ਏਰੀਆ ਆਫ ਰੋਮਬਸ ਸ਼ੇਪਡ ਟਾਈਲ। ਤਾਂ ਆਪਾਂ ਨੇ ਕਿੰਨੀਆਂ ਟਾਈਲਾਂ ਲਾਣੀਆਂ ਨੇ ਸਟੇਟਮੈਂਟ ਦੇ ਅਕੋਰਡਿੰਗ, ਆਪਣਾ ਮੈਥ ਨਾਲ ਖੋਲ ਕੇ ਰੱਖੋ। 3000 ਟਾਈਲਾਂ ਲਾਉਣੀਆਂ ਨੇ, ਤਾਂ ਇੱਥੇ ਆਪਾਂ ਲਿਖਾਂਗੇ टोटल नंबर ऑफ टाइल्स किन्नियां ने 3000। तो इन्हां दा एरिया पंजाबी च नाल दी नाल लिखी जाओ भी कुल टाइलां 3000 ने, तो एरिया ऑफ 3000 टाइल्स, तो 3000 टाइलां दा खेत्रफल, जिन्ना एक दा खेत्रफल आया बेटे उन्होंने आपां 3000 नाल गुणा कर देनी है। देखो 3 जीरोआं तो इत्थे कैंसल हो गई। ठीक है, बाकी 675 नूं 3 नाल गुणा कर लो। हाँ जी, 675 ਨੂੰ 3 ਨਾਲ ਗੁਣਾ ਕਰੋ, 5 ਤੀਏ 15 ਹਸਲ 1, 7 ਤੀਏ 21 ਤੇ 1 22 ਹਸਲ 2, 6 ਤੀਏ 18, 18 ਤੇ 2 ਹੋ ਗਿਆ 20। ਉੱਪਰ ਆਪਣੇ ਕੋਲ ਇੰਨਾ ਆ ਗਿਆ, ਬਟੇ ਦੇ ਵਿੱਚ ਆਪਣੇ ਕੋਲੇ 10 ਹੈ, ਤਾਂ ਇਹ ਆ ਜਾਊਗਾ 202.5 ਮੀਟਰ ਸਕੁਅਰ। ਤਾਂ ਇਹ ਕੀ ਆ ਗਿਆ ਬੇਟੇ ਆਪਣੇ ਕੋਲੇ 3000 ਟੈਲਾਂ ਦਾ ਖੇਤਰਫਲ। ਹੁਣ 1 ਮੀਟਰ ਸਕੁਅਰ ਤੇ ਖਰਚਾ ਕਿੰਨਾ ਆਉਂਦਾ ਪੋਲਿਸ਼ ਕਰਨ ਦਾ, 4 ਰੁਪਏ। ਤਾਂ ਜਿਹੜੀ ਟੋਟਲ ਕੋਸਟ ਹੈ ਆਫ ਪੋਲਿਸ਼ਿੰਗ, ਪੋਲਿਸ਼ ਕਰਨ ਦਾ ਕੁੱਲ ਖਰਚਾ, ਕੁੱਲ ਖਰਚ ਕਹਿ ਲਓ, ਕੁੱਲ ਲਾਗਤ ਕਹਿ ਲਓ, ਜਿੰਨੇ ਤੁਹਾਡੇ ਮੀਟਰ ਸਕੁਅਰ ਆਏ ਨੇ ਉਹਨੂੰ ਆਪਾਂ ਗੁਣਾ ਕਰ ਦੇਣੀ ਹੈ ਬੇਟਾ 4 ਨਾਲ।
तो 4 ਨਾਲ गुणा करांगे, 4 5 20, 2 8 ਤੇ 2 10, 4 दूनी 8। तो 1 तो बाद पॉइंट लग जाना है। किन्ने रुपए खर्चा हो गया बेटा? 810 रुपए। ठीक है, ये मोस्ट इंपॉर्टेंट सवाल है, चंगी तरह इसनूं समझो। ਤੁਹਾਨੂੰ ਕੀ ਦਿੱਤਾ ਹੋਇਆ ਸੀ, ਇੱਕ ਤੁਹਾਡੇ ਕੋਲੇ ਫੀਲਡ ਹੈ, ਉਹਦੇ ਵਿੱਚ ਰੋਮਬਸ ਸ਼ੇਪਡ ਤੁਸੀਂ ਟਾਈਲਾਂ ਲਗਾਉਣੀਆਂ ਨੇ। ਟਾਈਲਾਂ ਦੇ ਦੋਨੋਂ ਡਾਇਗਨਲ ਗਿਵਨ ਨੇ, ਤਾਂ ਦੋਨੋਂ ਡਾਇਗਨਲ ਸੈਂਟੀਮੀਟਰ 'ਚ ਸੀ, ਖਰਚਾ ਮੀਟਰਾਂ 'ਚ ਸੀ। ਤਾਂ ਪਹਿਲਾਂ ਆਪਾਂ ਉਹ ਟਾਈਲਾਂ ਨੂੰ ਮੀਟਰਾਂ ਦੇ ਵਿੱਚ ਬਦਲ ਲਿਆ। ਠੀਕ ਹੈ, ਫਿਰ ਇੱਕ ਟਾਈਲ ਦਾ ਆਪਾਂ ਖੇਤਰਫਲ ਕੱਢ ਲਿਆ, ਇੱਕ ਟਾਈਲ ਦਾ। ਠੀਕ ਹੈ, ਫਿਰ ਆਪਣੇ ਕੋਲ ਸੀਗੀਆਂ 3000 ਟਾਈਲਾਂ। 3000 ਟਾਈਲਾਂ ਦਾ ਖੇਤਰਫਲ ਕਿਵੇਂ ਨਿਕਲੂਗਾ? 3000 ਨਾਲ ਗੁਣਾ ਕਰਕੇ। ਫਿਰ ਉਸ ਤੋਂ ਬਾਅਦ ਤੁਸੀਂ ਕੱਢਣਾ ਉਹਦੀ ਕੋਸਟ। 4 ਰੁਪਏ 1 ਮੀਟਰ ਸਕੁਏਅਰ ਦੇ ਲੱਗਦੇ ਨੇ। ਤੁਹਾਡੇ ਕਿੰਨੇ ਰੁਪਏ ਲੱਗਣਗੇ? ਜਿੰਨਾ ਖੇਤਰਫਲ ਆਇਆ ਉਹਨੂੰ 4 ਦੇ ਨਾਲ ਗੁਣਾ ਕਰ ਦਿਓ। ਠੀਕ ਹੈ ਜੀ, ਇਹ ਹੋ ਗਿਆ ਆਪਣਾ ਕੁਐਸਚਨ ਜਿਹੜਾ ਸੀਗਾ 7th ਮੋਸਟ ਇੰਪੋਰਟੈਂਟ ਕੁਐਸਚਨ। ਠੀਕ ਹੈ ਜੀ, ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਹੈਗਾ 8th। ਮੋਹਨ ਵਾਂਟਸ ਟੂ ਬਾਈ ਏ ਟ੍ਰੈਪੀਜ਼ੀਅਮ ਸ਼ੇਪਡ ਫੀਲਡ। ਮੋਹਨ ਨੇ ਇੱਕ ਸਮਲੰਬ ਚਤਰਭੁਜ ਆਕਾਰ ਦਾ ਖੇਤ ਖਰੀਦਣਾ। ਠੀਕ ਹੈ, ਇਟਸ ਸਾਈਡਸ ਅਲੋਂਗ ਦਾ ਰੀਵਰ, ਦੇਖੋ ਸ਼ਕਲ ਨਾਲ ਬਣਾਈ ਹੋਈ ਹੈ। ਇਟਸ ਸਾਈਡ ਅਲੋਂਗ ਦਾ ਰੀਵਰ ਇਜ਼ ਪੈਰਲਲ ਟੂ ਟਵਾਈਸ ਦਾ ਸਾਈਡ ਅਲੋਂਗ ਦਾ ਰੋਡ। ਤਾਂ ਦੇਖੋ ਜਿਹੜਾ ਉਹਦਾ ਫੀਲਡ ਹੈ ਬੇਟੇ ਉਹ ਟ੍ਰੈਪੀਜ਼ੀਅਮ ਸ਼ੇਪ ਦਾ, ਅਤੇ ਜਿਹੜੀ ਰੋਡ ਵੱਲ ਸਾਈਡ ਹੈ, ਦੇਖੋ ਸੇਮ ਮੈਂ ਇੱਧਰੋਂ ਹੀ ਬਣਾ ਰਹੀ ਹਾਂ, ਹੁਣ ਮੈਂ ਰੋਡ ਨਹੀਂ ਲਿਖ ਰਹੀ। ਜਿਹੜੀ ਸੜਕ ਵੱਲ ਕਹਿੰਦੇ ਜਿਹੜੀ ਭੁਜਾ ਹੈਗੀ ਹੈ, ਉਹਦੇ ਨਾਲੋਂ ਜਿਹੜੀ ਰੀਵਰ ਵੱਲ ਭੁਜਾ ਹੈ ਉਹ ਟਵਾਈਸ ਹੈ। ਸਾਈਡ ਅਲੋਂਗ ਦਾ ਰੀਵਰ ਇਜ਼ ਟਵਾਈਸ ਦਾ ਸਾਈਡ ਅਲੋਂਗ ਦਾ ਰੋਡ। ਠੀਕ ਹੈ, ਇਫ ਦਾ ਏਰੀਆ ਆਫ ਦਿਸ ਫੀਲਡ, ਇਹਦਾ ਏਰੀਆ ਆਪਾਂ ਨੂੰ ਪਹਿਲਾਂ ਹੀ ਦੇਤਾ 10,500 ਮੀਟਰ ਸਕੁਏਅਰ, ਅਤੇ ਪਰਪੈਂਡੀਕੂਲਰ ਡਿਸਟੈਂਸ ਵੀ ਦੇਤਾ। ਇਹਨਾਂ ਦੇ ਵਿੱਚ ਅੰਤਰ ਕਿੰਨਾ ਹੈ? 100 ਮੀਟਰ। ਤਾਂ ਆਪਾਂ ਕੀ ਕੱਢਣਾ ਹੈ? ਲੈਂਥ ਆਫ ਸਾਈਡ ਅਲੋਂਗ ਦਾ ਰੀਵਰ। ਤਾਂ ਬੇਟਾ ਜਿਹੜੀ ਰੋਡ ਵੱਲ ਸਾਈਡ ਹੈ ਉਹਨੂੰ x ਮੰਨ ਲਾਂਗੇ, ਜਿਹੜੀ ਰੀਵਰ ਵੱਲ ਸਾਈਡ ਹੈ ਉਹਨੂੰ 2x ਮੰਨਾਂਗੇ, ਕਿਉਂਕਿ ਉਹ ਟਵਾਈਸ ਹੈ। ਠੀਕ, ਸਾਰੀ ਇਨਫੋਰਮੇਸ਼ਨ ਆਪਣੇ ਕੋਲ ਹੈਗੀ ਹੈ। ਹੁਣ ਇਹਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਹਾਂਜੀ, ਇੱਥੇ ਆਪਾਂ ਸ਼ੁਰੂ 'ਚ ਲਿਖਾਂਗੇ ਲੈਟ ਕਰਨਾ ਆਪਾਂ। ਠੀਕ ਹੈ, ਲੈਟ ਲੈਂਥ ਆਫ ਸਾਈਡ ਅਲੋਂਗ ਰੋਡ ਕਿੰਨੀ ਹੈ? x ਮੀਟਰ। ਪੰਜਾਬੀ 'ਚ ਕੀ ਲਿਖਾਂਗੇ? ਮੰਨੋ ਸੜਕ ਵਾਲੇ ਪਾਸੇ ਦੀ ਭੁਜਾ ਕਿੰਨੀ ਹੈ? x ਮੀਟਰ। ਤਾਂ ਨਹਿਰ ਵਾਲੇ ਪਾਸੇ ਦੀ ਉਹ ਕਿੰਨੀ ਹੋ ਜੂਗੀ? 2x ਮੀਟਰ। ਤਾਂ ਲੈਂਥ ਆਫ ਸਾਈਡ ਅਲੋਂਗ ਰੀਵਰ ਇੰਗਲਿਸ਼ 'ਚ ਆਪਾਂ ਲਿਖਾਂਗੇ, ਸੋ ਲੈਂਥ ਆਫ ਸਾਈਡ ਅਲੋਂਗ ਰੀਵਰ। ਹੁਣ ਏਰੀਆ ਗਿਵਨ ਹੈ ਆਪਾਂ ਨੂੰ, ਏਰੀਆ ਆਫ ਫੀਲਡ, ਖੇਤ ਦਾ ਖੇਤਰਫਲ ਕਿੰਨਾ ਦਿੱਤਾ ਹੋਇਆ? 10,500 ਮੀਟਰ ਸਕੁਏਅਰ। ਹੁਣ ਜਿਹੜਾ ਖੇਤ ਹੈ ਉਹ ਕਿਸ ਤਰ੍ਹਾਂ ਦੀ ਸ਼ੇਪ ਦਾ ਹੈ? ਰੋਮਬਸ ਸ਼ੇਪ, ਉਹਦਾ ਟ੍ਰੈਪੀਜ਼ੀਅਮ ਸ਼ੇਪ ਦਾ। ਠੀਕ ਹੈ, ਅਤੇ ਉਹਦਾ ਫਾਰਮੂਲਾ ਕੀ ਹੁੰਦਾ? 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ। ਇਹ ਦਿੱਤਾ ਹੋਇਆ ਆਪਾਂ ਨੂੰ 10,500। ਠੀਕ ਹੈ, ਆ ਜਿਹੜੀ ਸਾਈਨ ਪਾਇਆ ਮੈਨੇ ਪੈਰਲਲ ਦਾ ਪਾਇਆ, ਤੁਸੀਂ ਸਮਾਨ ਅੰਤਰ ਵੀ ਲਿਖ ਸਕਦੇ ਹੋ। ਠੀਕ ਹੈ, ਪੰਜਾਬੀ ਦੇ ਵਿੱਚ। ਤਾਂ ਹੁਣ ਆਪਣੀਆਂ ਸਾਈਡਸ ਕਿਹੜੀਆਂ ਸੀ ਬੇਟਾ? ਇੱਕ x ਮੰਨੀ ਸੀ, ਇੱਕ 2x ਮੰਨੀ ਸੀ, ਅਤੇ ਉਚਾਈ ਕਿੰਨੀ ਦਿੱਤੀ ਹੋਈ ਹੈ? 100 ਬਰਾਬਰ ਕਿੰਨਾ ਹੈ? 10,500। ਜੋ ਵੈਲਿਊ ਦਿੱਤੀ ਹੋਈ ਸੀ ਆਪਾਂ ਉਹ ਭਰ ਰਹੇ ਹਾਂ। ਠੀਕ ਹੈ ਜੀ, 1/2 ਗੁਣਾ, ਹੁਣ 2x ਦੇ ਵਿੱਚ ਜਦੋਂ 1x ਜੋੜੋਗੇ ਉਹ ਕਿੰਨੇ x ਹੋ ਜਾਣਗੇ? 3x। ਸਮੀਕਰਨ ਬਣ ਚੁੱਕੀ ਹੈ, ਇਹਨੂੰ ਹੱਲ ਕਰਦੇ ਹਾਂ। 2 ਦੇ ਨਾਲ 100 ਕੱਟ ਗਿਆ, ਤਾਂ ਆਪਾਂ ਇੱਥੇ ਤੱਕ ਪਹੁੰਚ ਗਏ। ਠੀਕ ਹੈ ਜੀ, ਹੁਣ x ਦਾ ਮੁੱਲ ਕੱਢਣਾ। x ਨੂੰ ਲੈਫਟ ਸਾਈਡ 'ਤੇ ਹੀ ਰੱਖ ਲਓ, ਉਹਦੇ ਨਾਲ ਜਿਹੜੇ ਦੋਨੋਂ ਅੱਖਰ ਗੁਣਾ ਹੋ ਰਹੇ ਨੇ ਉਹਨੂੰ ਆਪਾਂ ਬਟੇ 'ਚ ਲੈ ਆਓ, ਅਤੇ ਇਹਨਾਂ ਨੂੰ ਕਟਾ ਲਓ। 0 ਨਾਲ 0 ਕੈਂਸਲ ਹੋ ਗਈ। 3 ਦੇ ਪਹਾੜੇ 'ਤੇ ਆਪਾਂ ਇਹਨੂੰ ਕਟਾਓ, 3 ਤੀਏ 9, 5 ਤੀਏ 15, 350 ਆ ਗਿਆ।
फिर 5 ਦੇ ਨਾਲ 350 ਨੂੰ ਘਟਾਓ, 7 5 35 ਹੁੰਦਾ ਹੈ, ਤਾਂ x ਕਿੰਨਾ ਆ ਗਿਆ ਆਪਣੇ ਕੋਲੇ 70 ਮੀਟਰ। ਤੇ ਰੋਡ ਕਿਹੜੀ ਪੁੱਛੀ ਸੀ, ਲੈਂਥ ਕਿਹੜੀ ਪੁੱਛੀ ਸੀ, ਰੀਵਰ ਵਾਲੇ ਪਾਸੇ। ਤਾਂ ਲੈਂਥ ਆਫ ਸਾਈਡ ਅਲੋਂਗ ਰੀਵਰ ਜਿਹੜੀ ਸੀ ਉਹ 2x ਸੀ। ਤਾਂ x ਆਪਾਂ ਨੇ ਕੱਢਿਆ 70, ਤਾਂ ਗੁਣਾ ਕਰ ਦਾਂਗੇ, ਇਹ ਆ ਜਾਊਗਾ 140 ਮੀਟਰ। ਦੇਖੋ ਜੀ ਸਮ ਕੀ ਸੀਗਾ, ਇਸ ਤਰ੍ਹਾਂ ਦਾ ਆਪਣੇ ਕੋਲੇ ਖੇਤ ਸੀ, ਗਿਵਨ ਸੀ ਕੰਡੀਸ਼ਨ ਕਿ ਇੱਕ ਪਾਸੇ ਦੀ ਸੜਕ ਜਿਹੜੀ ਰੋਡ ਵਾਲੇ ਪਾਸੇ ਹੈ ਉਹਦੇ ਨਾਲੋਂ ਨਹਿਰ ਵਾਲੇ ਪਾਸੇ ਵਾਲੀ ਦੁੱਗਣੀ ਹੈ। ਠੀਕ ਹੈ, ਤਾਂ ਆਪਾਂ ਉਸ ਹਿਸਾਬ ਨਾਲ ਉਹਨਾਂ ਨੂੰ ਮੰਨ ਲਿਆ। ਠੀਕ ਹੈ, x ਤੇ 2x। ਖੇਤਰਫਲ ਦਿੱਤਾ ਹੋਇਆ ਸੀ, ਦੋਨੇ ਭੁਜਾਵਾਂ ਸਮਾਂਤਰ ਦੇ ਵਿਚਕਾਰ ਜਿੰਨੀ ਦੂਰੀ ਹੈ, ਜਿਹਨੂੰ ਆਪਾਂ ਉਚਾਈ ਕਹਿੰਦੇ ਆ, ਲੰਬ ਕਹਿੰਦੇ ਆ, ਉਹ ਵੀ ਦਿੱਤਾ ਹੋਇਆ ਸੀ। ਤਾਂ ਫਾਰਮੂਲੇ ਦੇ ਵਿੱਚ ਆਪਾਂ ਵੈਲਿਊਜ਼ ਭਰੀਆਂ ਤੇ ਸੋਲਵ ਕਰਨ ਤੋਂ ਬਾਅਦ x ਦੀ ਵੈਲਿਊ ਆ ਗਈ। x ਕੀ ਸੀ, ਸਾਈਡ ਜਿਹੜੀ ਕਿ ਰੋਡ ਵਾਲੇ ਪਾਸੇ ਆ, ਸੜਕ ਵਾਲੇ ਪਾਸੇ ਆ। ਤਾਂ ਆਪਾਂ ਨੂੰ ਪੁੱਛਿਆ ਗਿਆ ਸੀ ਲੈਂਥ ਆਫ ਸਾਈਡ ਅਲੋਂਗ ਰੀਵਰ, ਨਹਿਰ ਵਾਲੇ ਪਾਸੇ ਦੀ ਭੁਜਾ। ਤਾਂ ਉਹ ਕਿੰਨੀ ਆ ਗਈ, 2 ਨਾਲ ਗੁਣਾ ਕਰਕੇ 140 ਮੀਟਰ। ਠੀਕ ਹੈ ਬੇਟਾ ਜੀ, ਸਮਝ ਆ ਗਿਆ ਤੁਹਾਨੂੰ ਇਹ ਸਵਾਲ। ਹੁਣ ਆਪਾਂ ਚੱਲਦੇ ਹਾਂ ਆਪਣੇ ਨੈਕਸਟ ਸਮ ਤੇ। ਹਾਂਜੀ, ਕੁਐਸਚਨ ਨੰਬਰ 9 ਬੇਟਾ, ਟॉप ਸਰਫੇਸ ਆਫ ਏ ਰੇਜ਼ਡ ਪਲੇਟਫਾਰਮ ਇਨ ਦਾ ਸ਼ੇਪ ਆਫ ਰੈਗੂਲਰ ਆਕਟਾਗਨ। ਰੈਗੂਲਰ ਆਕਟਾਗਨ ਮਤਲਬ ਸਮ 8 ਭੁਜ ਦਾ ਸ਼ਕਲ ਦਾ ਆਪਣੇ ਕੋਲ ਇੱਕ ਸਰਫੇਸ ਹੈ। ਫਾਈਂਡ ਦਾ ਏਰੀਆ ਆਫ ਆਕਟਾਗਨਲ ਸਰਫੇਸ ਤਾਂ ਕਹਿੰਦੇ ਇਸ ਆਕਟਾਗਨਲ ਸਰਫੇਸ ਦਾ ਖੇਤਰਫਲ ਪਤਾ ਕਰੋ। ਪੰਜਾਬੀ ਦੇ ਵਿੱਚ ਦੇਖੋ ਬੇਟਾ, ਇੱਕ ਉੱਪਰ ਉੱਠੇ ਹੋਏ ਚਬੂਤਰੇ ਦੀ ਉੱਪਰਲੀ ਸਤ੍ਹਾ 8 ਭੁਜੀ ਆਕਾਰ ਦੀ ਹੈ, ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ। 8 ਭੁਜੀ ਸਤ੍ਹਾ ਦਾ ਖੇਤਰਫਲ ਪਤਾ ਕਰੋ। ਤਾਂ ਬੇਟੇ ਇਹਦੇ ਲਈ ਦੇਖੋ, ਪਹਿਲਾਂ ਮੈਂ ਸ਼ਕਲ ਬਣਾ ਲਈ, ਇਹਦੀ ਫਿਗਰ ਬਣਾ ਲਈ। ਹੁਣ ਇਹਦੇ ਵਿੱਚ ਆਪਾਂ ਨੂੰ ਕਿਸ ਕਿਸ ਤਰ੍ਹਾਂ ਦੀਆਂ ਸ਼ੇਪਸ ਦਿਖ ਰਹੀਆਂ ਨੇ। ਜੋ ਇਹ ਫਸਟ ਵਾਲੀ ਸ਼ੇਪ ਹੈ ਇਹ ਹੈਗੀ ਹੈ ਸਮ ਲੰਬ, ਜੋ ਸੈਕਿੰਡ ਵਾਲੀ ਹੈ ਇਹ ਹੈਗੀ ਹੈ ਆਇਤ, ਜਿਹੜੀ ਇਹ ਥਰਡ ਵਾਲੀ ਬਣ ਰਹੀ ਹੈ ਇਹ ਵੀ ਕੀ ਹੈ, ਸਮ ਲੰਬ ਚਤੁਰਭੁਜ, ਟ੍ਰੈਪੀਜ਼ੀਅਮ। ਤਾਂ 2 ਟ੍ਰੈਪੀਜ਼ੀਅਮ ਨੇ ਬੇਟਾ, ਇੱਕ ਆਇਤ ਹੈ। ਤਾਂ ਇਹਨਾਂ ਦੇ ਖੇਤਰਫਲ ਆਪਾਂ ਨੇ ਕੱਢ ਕੇ ਜੋੜ ਲੈਣੇ ਨੇ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਨਾਮ ਦਿਓ। ਇੱਥੋਂ ਨਾਮ ਦੇਣਾ ਸ਼ੁਰੂ ਕਰ ਦਿੰਦੇ ਹਾਂ ਆਪਾਂ, ABCD EFGH। ਠੀਕ ਹੈ, ਤਾਂ ਇਹਦੇ ਵਿੱਚ ਕਿਹੜੇ ਕਿਹੜੇ ਆਪਾਂ ਨੂੰ ਸ਼ਕਲਾਂ ਦਿਖ ਰਹੀਆਂ ਨੇ, ਉਹਦੇ ਹਿਸਾਬ ਨਾਲ ਆਪਾਂ ਇਹਨੂੰ ਲਿਖਦੇ ਹਾਂ। ਏਰੀਆ ਆਫ ਆਕਟਾਗਨਲ ਅੱਡ ਅੱਡ ਕੱਢ ਲੈਂਦੇ ਹਾਂ। ਠੀਕ ਹੈ, ਤਾਂ ਪਹਿਲਾਂ ਆਪਾਂ ਕੱਢਦੇ ਹਾਂ ਏਰੀਆ ਆਫ ABCD। ਤਾਂ ਇਹ ਕਿਸ ਤਰ੍ਹਾਂ ਦੀ ਸ਼ਕਲ ਹੈ ਬੇਟਾ, ABCD ਇਹ ਵਾਲੀ, ਇਹ ਹੈਗੀ ਹੈ ਟ੍ਰੈਪੀਜ਼ੀਅਮ। ਤਾਂ ਸਾਰੀਆਂ ਸਾਈਡਾਂ 5-5 ਸੀਗੀਆਂ, ਵਿਚਾਲੇ 11 ਦਿੱਤੀ ਹੋਈ ਸੀ, ਤੇ ਇਹਨਾਂ ਦੇ ਵਿੱਚ ਦੂਰੀ ਕਿੰਨੀ ਦਿੱਤੀ ਹੋਈ ਹੈ, 4। ਤਾਂ ਫਾਰਮੂਲਾ ਕੀ ਹੁੰਦਾ ਹੈ, 1/2 ਗੁਣਾ ਸਮ ਆਫ ਪੈਰਲਲ ਸਾਈਡਸ ਮਲਟੀਪਲਾਈ ਹਾਈਟ, ਉਚਾਈ। ਠੀਕ ਹੈ, ਤਾਂ 1/2 ਗੁਣਾ ਪੈਰਲਲ ਸਾਈਡਸ ਕਿੰਨੀਆਂ ਨੇ, ਦੇਖੋ ਧਿਆਨ ਨਾਲ, 11 ਤੇ 5, 11 + 5 ਗੁਣਾ ਹਾਈਟ ਕਿੰਨੀ ਹੈ, ਇਹਨਾਂ ਦੇ ਵਿੱਚ ਦੂਰੀ ਕਿੰਨੀ ਹੈ, 4। ਤਾਂ 11 ਚ 5 ਜੋੜਾਂਗੇ 16 ਗੁਣਾ 4, 2 ਨਾਲ 4 ਕਟਾ ਲਓ, ਚਾਹੇ 16 ਕਟਾ ਲਓ। ਠੀਕ ਹੈ, ਆਪਣਾ ਆਨਸਰ ਆਊਗਾ ਇਹ 32 ਸੈਂਟੀਮੀਟਰ ਸੀ ਨਾ ਬੇਟਾ, ਮੀਟਰ ਸੀਗੇ, ਮੀਟਰ ਸਕੁਅਰ। ਤਾਂ ਇੱਕ ਦਾ ਏਰੀਆ ਆਪਾਂ ਫਾਈਂਡ ਕਰ ਲਿਆ ABCD ਦਾ। ਹੁਣ ਦੂਜਾ ਏਰੀਆ ਕਿਹੜਾ ਹੈ, ADEH, ਜਿਹੜੀ ਕਿ ਇੱਕ ਆਇਤ ਹੈ, ADEH। ਤਾਂ ਏਰੀਆ ਆਫ AEDH, ਤਾਂ ਇਹਦਾ ਖੇਤਰਫਲ ਹੋਊਗਾ ਲੈਂਥ ਮਲਟੀਪਲਾਈ ਬ੍ਰੈਡਥ, ਲੰਬਾਈ ਗੁਣਾ ਚੌੜਾਈ। ਤਾਂ ਲੰਬਾਈ ਹੈਗੀ ਹੈ ਬੇਟੇ ਇਹਦੀ 11, ਚੌੜਾਈ ਹੈਗੀ ਹੈ 5। ਤਾਂ ਇਹਦਾ ਆਨਸਰ ਆ ਜਾਊਗਾ 11 5 55 ਮੀਟਰ ਸਕੁਅਰ। ਹੁਣ ਆਪਣੇ ਕੋਲੇ ਰਹਿ ਗਿਆ ਉੱਪਰ ਵਾਲਾ, ਦੇਖੋ ਟ੍ਰੈਪੀਜ਼ੀਅਮ। ਤਾਂ ਸੇਮ ਹੀ ਨੇ ਉਹਦੀਆਂ ਭੁਜਾਵਾਂ, 11 5 ਤੇ 4। ਇਹ ਹੈਗਾ HEFG, HEFG, HEFG। ਤਾਂ ਇਹਦਾ ਆਪਾਂ ਨੂੰ ਸੋਲਵ ਕਰਨ ਦੀ ਵੀ ਨਹੀਂ ਜ਼ਰੂਰਤ,
ਤਾਂ ਆਪਾਂ ਬਰਾਬਰ ਹੀ ਲਿਖ ਸਕਦੇ ਹਾਂ ਕਿ ਕਿਹਦੇ ਬਰਾਬਰ ਹੈ, ਉੱਪਰ ਵਾਲੇ ਏਰੀਏ ਦੇ। ਜੇ ਲਿਖਣਾ ਤਾਂ ਦੁਬਾਰਾ ਫਾਰਮੂਲਾ ਲਿਖਣਾ ਪਊਗਾ, ਸਮ ਆਫ ਪੈਰਲਲ ਸਾਈਡਸ ਇਨਟੂ ਹਾਈਟ। ਪੈਰਲਲ ਸਾਈਡਸ ਹੈਗੀਆਂ ਨੇ 11 ਤੇ 5, ਹਾਈਟ ਹੈਗੀ ਹੈ 4। ਸਿੱਧਾ ਵੀ ਕਟਾ ਸਕਦੇ ਹਾਂ, ਪਹਿਲਾਂ ਆਪਾਂ ਜੋੜ ਕਰਨ ਤੋਂ ਬਾਅਦ ਬ੍ਰੈਕਟ ਖੋਲਣ ਤੋਂ ਬਾਅਦ ਕਟਾਇਆ ਸੀ ਮੈਂ ਪਹਿਲਾਂ ਹੀ, ਹੁਣ ਬਾਹਰ ਵਾਲਾ 4 ਕਟਾਤਾ। ਦੇਖੋ ਤੇ ਇੱਥੇ ਆਪਣੇ ਕੋਲ ਰਹਿ ਗਿਆ ਸਿਰਫ 11 ਤੇ 5 16, ਬਾਹਰ ਕਿੰਨਾ ਹੈ 2, ਤਾਂ 16 ਦੂਣਾ 32 ਮੀਟਰ ਸਕੁਅਰ। ਸਾਰੇ ਜਿੰਨੇ ਪਾਰਟਸ ਬਣੇ ਸੀ ਆਪਾਂ ਉਹਨਾਂ ਦੇ ਖੇਤਰਫਲ ਕੱਢਤੇ। ਹੁਣ ਆਪਾਂ ਕੱਢਣਾ ਏਰੀਆ ਆਫ ਓਕਟਾਗਨਲ ABCDEFG। ਦੇਖੋ ਜਿਹੜਾ ਆਪਾਂ ਇਹ ਸ਼ਕਲ ਬਣਾਈ ਸੀ ABCDEFGH। ਇੱਕ ਮਿੰਟ ਬੇਟਾ, ਹਾਂਜੀ ਬੇਟਾ, ਤਾਂ ਆਪਾਂ ਹੁਣ ਲਿਖ ਲਿਆ ਕਿ ਉਸ 8 ਭੁਜ ਦਾ ਖੇਤਰਫਲ ਕੀ ਹੋਊਗਾ। ਤਿੰਨੇ ਜਿਹੜੇ ਆਪਾਂ ਖੇਤਰਫਲ ਕੱਢੇ ਸੀ ਉਹਨਾਂ ਦਾ ਪਲੱਸ। ਤਾਂ ਪਹਿਲਾ ਆਨਸਰ ਆਇਆ ਸੀ ਆਪਣਾ 32, ਦੂਜਾ 55, ਤੀਸਰਾ 32। ਤਾਂ ਇੰਨੇ ਮੀਟਰ ਸਕੁਅਰ ਇਸ 8 ਭੁਜ ਦਾ ਖੇਤਰਫਲ ਹੋਊਗਾ। ਇਹਨੂੰ ਜਦੋਂ ਜੋੜਾਂਗੇ ਬੇਟਾ ਇਹ ਆ ਜਾਊਗਾ ਆਪਣੇ ਕੋਲੇ 119 ਮੀਟਰ ਸਕੁਅਰ। ਠੀਕ ਹੈ ਜੀ, ਸਮਝ ਆ ਗਿਆ। ਦੇਖੋ ਸੌਖਾ ਹੀ ਸਵਾਲ ਸੀ। ਜੋ ਫਿਗਰ ਗਿਵਨ ਸੀ ਉਹਦੇ ਵਿੱਚ 2 ਟ੍ਰੈਪੀਜ਼ੀਅਮ ਸਮਲੰਬ ਬਣਦੇ ਸੀ, ਇੱਕ ਆਇਤ ਬਣਦੀ ਸੀ। ਆਪਾਂ ਅਲੱਗ-ਅਲੱਗ ਤਿੰਨਾਂ ਦੇ ਖੇਤਰਫਲ ਫਾਈਂਡ ਕੀਤੇ, ਫਿਰ ਇੱਕ ਲਾਈਨ ਲਿਖੀ ਜਿਹਦੇ ਵਿੱਚ ਦੱਸਿਆ ਕਿ ਪੂਰੀ 8 ਭੁਜ ਦਾ ਜਿਹੜਾ ਖੇਤਰਫਲ ਹੈ ਉਹ ਇਹਨਾਂ ਤਿੰਨਾਂ ਦੇ ਜੋੜ ਦੇ ਬਰਾਬਰ ਹੈ, ਤੇ ਤਿੰਨੇ ਖੇਤਰਫਲਾਂ ਨੂੰ ਆਪਾਂ ਨੇ ਜੋੜਤਾ। ਠੀਕ ਹੈ ਬੇਟਾ, ਹੁਣ ਆਪਾਂ ਨੈਕਸਟ ਸਮ ਕਰਦੇ ਹਾਂ। ਹਾਂਜੀ ਬੇਟਾ, ਕੁਐਸਚਨ ਨੰਬਰ 10ਵਾਂ ਇਹਦੇ ਵਿੱਚ ਹੈ देयर इज़ ए ਪੈਂਟਾਗਨਲ ਸ਼ੇਪਡ ਪਾਰਕ ਐਜ਼ ਸ਼ੋਨ ਇਨ ਦਾ ਫਿਗਰ। ਤਾਂ ਇਸ ਤਰ੍ਹਾਂ ਦਾ ਇੱਕ ਪੈਂਟਾਗਨ ਸ਼ੇਪ ਕਹਿੰਦੇ ਤੁਹਾਡੇ ਕੋਲੇ ਪਾਰਕ ਹੈ। ਫॉर फाइंडिंग इट्स एरिया ज्योति एंड कविता डिवाइडेड इट इन 2 डिफरेंट वेज। दो बच्चे ने ज्योति ਤੇ ਕਵਿਤਾ। ज्योति ने इस खेत ਨੂੰ ਇਸ ਢੰਗ ਨਾਲ ਵੰਡਿਆ, ਉਹਨੇ ਵਿਚਾਲੇ ਲਾਈਨ ਲਗਾਤੀ। ਕਵਿਤਾ ਨੇ ਇਸ ਖੇਤ ਨੂੰ ਇਸ ਢੰਗ ਨਾਲ ਵੰਡਿਆ ਕਿ ਉਹਨੇ ਇੱਕ ਵਰਗ ਤੇ ਇੱਕ ਤਿਕੋਣ ਬਣਾਤਾ। फाइंड द एरिया ऑफ दिस पार्क यूजिंग बोथ वेज। ਕਹਿੰਦੇ ਦੋਨੇ ਤਰੀਕਿਆਂ ਨਾਲ ਪਾਰਕ ਦਾ ਜਿਹੜਾ ਖੇਤਰਫਲ ਕੱਢੋ। कैन यू सुजैसट सम अदर वे ऑफ फाइंडिंग इट्स एरिया। ਕਹਿੰਦੇ ਇਸ ਦਾ ਕੋਈ ਹੋਰ ਤਰੀਕਾ ਵੀ ਹੋ ਸਕਦਾ ਇਸ ਏਰੀਆ ਨੂੰ ਕੱਢਣ ਦਾ। ਬੇਟਾ ਇਹੀ 2 ਤਰੀਕੇ ਹੋਣਗੇ। ਠੀਕ ਹੈ, ਤਾਂ ਆਪਾਂ ਪਹਿਲਾਂ ਜੋਤੀ ਵਾਲੀ ਟਾਈਪ ਹੈ ਜਿਹੜੀ ਉਹਨੂੰ ਸੋਲਵ ਕਰਦੇ ਹਾਂ। ਜੋਤੀ ਨੇ ਇਸ ਪੈਂਟਾਗਨ ਨੂੰ ਕਿਸ ਤਰ੍ਹਾਂ ਵੰਡਿਆ, ਉਹਨੇ ਇੱਥੇ ਵਿਚਾਲੇ ਲਾਈਨ ਲਗਾਤੀ। ਠੀਕ ਹੈ, ਹੁਣ ਦਿੱਤਾ ਕਿਵੇਂ ਕਿਵੇਂ ਹੋਇਆ ਸੀ, ਇਹ 15-15 ਮੀਟਰ ਦਾ ਸੀਗਾ। ਇਹਦੀਆਂ ਸਾਈਡ ਸਾਰੀਆਂ ਸਾਈਡਸ 15 ਮੀਟਰ ਗਿਵਨ ਸੀ, ਤੇ ਸੈਂਟਰ ਵਾਲੀ ਸਾਈਡ ਵੀ ਆਪਾਂ ਨੂੰ ਗਿਵਨ ਸੀ 30 ਮੀਟਰ। ਠੀਕ ਹੈ, ਉਹ ਦਿੱਤਾ ਹੋਇਆ ਆਪਾਂ ਨੂੰ ਉੱਪਰ ਵੀ 30 ਮੀਟਰ ਲੈਂਥ ਇਹਦੇ ਵਿੱਚ ਡਿਸਟੈਂਸ ਹੈ। ਠੀਕ ਹੈ, ਤੇ ਉੱਪਰ ਜਿਹੜੀਆਂ ਸਾਰੀਆਂ ਇਹ ਹੈਗੀਆਂ ਨੇ ਪੈਂਟਾਗਨਲ ਸ਼ੇਪਡ, ਉੱਪਰ ਵਾਲੀਆਂ ਦੋਨੋਂ ਭੁਜਾਵਾਂ ਉਹਦੀਆਂ ਬਰਾਬਰ ਨੇਗੀਆਂ, ਸਾਰੀਆਂ ਹੀ ਭੁਜਾਵਾਂ 15-15 ਨੇ। ਠੀਕ ਹੈ ਜੀ, ਤਾਂ ਹੁਣ ਆਪਾਂ ਇਹਦਾ ਏਰੀਆ ਕਿਵੇਂ ਕੱਢਾਂਗੇ। ਨਾਮ ਦੇ ਲਓ ਪਹਿਲਾਂ ਇਹਨੂੰ ABCDE ਤੇ F। ਹੁਣ ਦੋਨੋਂ ਜਿਹੜੇ ਪਾਸੇ ਨੇ ਬੇਟਾ, ਦੋਨੇ ਪਾਸਿਆਂ ਨੂੰ ਧਿਆਨ ਨਾਲ ਦੇਖੋ। ਉਹ 'ਚ ਸਮਾਂਤਰ ਭੁਜਾਵਾਂ ਕਿਹੜੀਆਂ ਨੇ, 15 ਤੇ 30। ਠੀਕ ਹੈ, ਇਹ ਦੋਨੋਂ ਭੁਜਾਵਾਂ ਕੀ ਨੇ, ਸਮਾਨਾਂਤਰ। ਤੁਹਾਨੂੰ ਮੈਂ ਕਲਰ ਚੇਂਜ ਕਰਕੇ ਦਿਖਾਵਾਂ। ਦੇਖੋ ਆਹ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਇਹ ਸਮਾਨਾਂਤਰ ਭੁਜਾਵਾਂ ਹੋ ਗਈਆਂ, ਤੇ ਇਹ ਇਹਨਾਂ ਦੇ ਵਿੱਚ ਹੋ ਗਿਆ ਪਰਪੈਂਡੀਕੂਲਰ ਡਿਸਟੈਂਸ। ਇਹ ਕਿੰਨਾ ਹੈ, ਸਾਰੀ ਸਾਈਡ 15 ਹੈ, ਤਾਂ ਇਹ ਕਿੰਨਾ ਹੋਊਗਾ 15/2, ਕਿਉਂਕਿ ਰੈਗੂਲਰ ਹੈ ਨਾ, ਇਹ ਸਮ ਹੈਗੀ ਹੈ, ਤਾਂ ਇਹਦਾ ਮਤਲਬ ਉਹ ਹਾਫ ਜਿਹੜੀ ਭੁਜਾ ਉਹ ਵੰਡੀ ਜਾਊਗੀ ਲੰਬ ਨਾਲ। ਤਾਂ ਹੁਣ ਇਹਦੇ ਵਿੱਚ ਕੀ ਹੋਣਾ ਹੈ, ਸੌਖਾ ਤਰੀਕਾ ਕੀ ਹੈ, ਆਪਾਂ ਸਾਰੇ ਦਾ ਏਰੀਆ ਕੱਢਣਾ ਹੈ। ABCDE ਤੇ F, ਇਹਦੇ ਏਰੀਏ ਨੂੰ ਆਪਾਂ 2 ਵਾਰੀ ਕੱਢਣ ਦੀ ਬਜਾਏ 2 ਨਾਲ ਗੁਣਾ ਕਰ ਦਾਂਗੇ ਇੱਕ ਟ੍ਰੈਪੀਜ਼ੀਅਮ ਦਾ। ਇੱਕ ਟ੍ਰੈਪੀਜ਼ੀਅਮ ਕਿਹੜੀ, ਚਾਹੇ ਲੈਫਟ ਸਾਈਡ ਵਾਲੀ ਦਾ ਨਾਮ ਲਿਖ ਲਓ, ਚਾਹੇ ਰਾਈਟ ਸਾਈਡ ਵਾਲੀ ਦਾ ਨਾਮ ਲਿਖ ਲਓ, ABCF। ABCF ਸਿੱਧਾ ਇਹਨੂੰ 2 ਨਾਲ ਗੁਣਾ ਕਰ ਦਿਓ, 2 ਵਾਰੀ ਆਨਸਰ ਕੱਢਣ ਦੀ ਜ਼ਰੂਰਤ ਨਹੀਂ। ਤਾਂ ਇਹਦਾ ਫਾਰਮੂਲਾ ਕੀ ਹੁੰਦਾ ਬੇਟਾ, ਟ੍ਰੈਪੀਜ਼ੀਅਮ ਦਾ 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ।
ठीक है जी। इंग्लिश लिख लियो 1/2 मल्टीप्लाई सम ऑफ पैरलल साइड्स मल्टीप्लाई हाइट। तो समांतर भुजावां किन्नियां सीगियां 15 ते 30 ते उचाई किन्नी सी 15/2। सारा कुछ मल्टीप्लाई दे विच ही है, सिर्फ आपां ब्रैकेट वाला हिस्सा जोड़ लीए बस, फिर इन्हां नूं कटा दांगे। ये आ गया 45। देखो 2 नाल 2 कट गया, होर कुछ नहीं कट रहा तो आपां इहनूं मल्टीप्लाई कर लांगे। 45 नूं 15 नाल गुणा करो, 5 5 25 हसल 2, 5 चौका 20 ते 2 22, 1 5 5 1 चौका चौका। तो ये आ गया 875/2। 4 5 6 8 क्यों लिखता मैं, इत्थे आऊगा 6 मीटर स्केयर। इनू हुण डिवाइड कर लो, 3 ते गया पहला 6, फिर 3 ते गया 6, 15, 7 ते गया 14, 337.5 मीटर स्केयर। ठीक है जी। तो पहला बच्चा कौन सी, ਉਹਦਾ नाम भी इत्थे लिख लो, यही सीगी ज्योति। भी ज्योति ने जो उस पार्क नूं वंडिया ਉਹਨੂੰ किद्दां सॉल्व किया आपां, 2 ट्रैपीजियम 2 समलंब चतुर्भुज का खेत्रफल जोड़ के। ठीक है जी। हुण आपां आउणे आ कविता के केस ते। इत्थे उपर आपां हैडिंग दे लो। तो कविता ने इसे पेंटागन नूं किस तरह वंडिया, उसने इनू इत्थे लाइन लगाई है। सारिया साइडां किन्नियां सीगियां 15 15 मीटर ते पूरी लंबी किन्नी सीगी 30। जे पूरी 30 सी तो इत्थे तक तो 15 है, तो उपर भी किन्नी बचूगी 15, तो ही 30 बनूगी ना। तो आपां नूं जिहड़ी त्रिकोण आकार बनिया है उहदा लंब भी पता लग गया तो उहदा आधार भी पता लग गया, क्योंकि जे ये 15 है तो आ हिस्सा भी किन्ना होऊगा 15। ठीक है जी। तो इहनूं आपां लिखांगे, इहदा भी नाम दे लो ABCDE। तो एरिया ऑफ ABCDE मतलब वो पेंटागन, ये किहदा खेत्रफल जुड़ना है, ABCD जिहड़ा वर्ग बन रहा है, प्लस एरिया ऑफ ADE जिहड़ा यह त्रिकोण बन रहा है। ठीक है। इन्हां दे नाम लिखे ने, सिर्फ डरन की जरूरत नहीं। जिहड़ा वर्ग हुंदा है उहदा खेत्रफल की हुंदा है, साइड मल्टीप्लाई साइड, भुजा गुणा भुजा। ते जिहड़ा त्रिकोण हुंदा है उहदा खेत्रफल हुंदा है 1/2 गुणा बेस गुणा हाइट, आधार गुणा शिखर लंब। तो भुजा किन्नी आई है बेटा अपनी 15 दिती हुई है, बेस किन्ना है 15 ते हाइट किन्नी है 15, 15 15 225। तो इत्थे भी आऊगा 225/2। 225 नूं 2 नाल डिवाइड करो 112.5। इन्हां नूं जोड़ लो 337.5 मीटर स्केयर। तो इन्ना आंसर आ जाऊगा। हुण जोड़न लगे गलती नहीं करनी, 225 नाल कोई पॉइंट नहीं हैगा तो आपां पॉइंट पा के 0 लिखांगे, फिर नैक्सट टर्म लिखांगे, फिर उन्हां नूं जोड़ांगे। ठीक है बेटा। दोनों हालतां विच जिवें भी बच्चों ने अपने फील्ड नूं वंडिया, दोनों हालतां दे विच आंसर कितना आया है 337.5। ठीक है जी। समझ आ गया है क्वेश्चन तुहानूं। हुण अपना सिर्फ एक क्वेश्चन रह गया, इन्हों आपां कंप्लीट करते हैं। हाँ जी बेटे, लास्ट क्वेश्चन देखो, डायग्राम ऑफ एडजेसेंट पिक्चर फ्रेम हैज़ आउटर डायमैंशनस। कहते थोड़ी एक फिगर दी हुई है तो वो जिहड़ियां बाहरलियां भुजावां ने वो 24 ते 7 नेगियां। ठीक है। 24 ते 28, 7 क्यों, 24 ते 28 नेगियां। तो इनर डायमैंशनस अंदर वालियां 16 ते 20 ने। देखो फिगर दे विच तुहानूं शो किया होया 16 ते 20 वाला भी तो 24 ते 28 वाला भी। ठीक है। फाइंड द एरिया ऑफ ईच सैक्शन ऑफ द फ्रेम। जोड़न नूं नहीं कहा, उन्हें कहा जिन्ने इह भाग बनते हैं सब का खेत्रफल कड्डो। इफ द विड्थ ऑफ ईच सैक्शन इज़ सेम, जे कहते हरेक जिहड़ी पार्ट है उहदी चौड़ाई बराबर होवे। ये लिखण दा मतलब की है भी चौड़ाई बराबर होवे। इत्थे आपां नूं यही गल जिहड़ी है फायदा दऊगी। किस तरह देखो बेटा, हुण ये टोटल जिहड़ी साइड है वो किन्नी है 28, अंदरली साइड ये किन्नी है 20। तो जो आ वाला हिस्सा तो ये वाला हिस्सा बचिया ये किन्ना होना चाहिए 8।
ਤਾਂ ਹੁਣ ਉਹਨੇ ਕਿਹਾ ਵਿਡਥ ਹਰੇਕ ਦੀ ਸਮਾਨ ਹੈ, ਜੇ 8 ਹੈ ਤਾਂ ਉੱਪਰਲਾ ਹਿੱਸਾ ਵੀ ਇੱਥੇ 4 ਹੋਊਗਾ ਤੇ ਇਹ ਵਾਲਾ ਹਿੱਸਾ ਵੀ ਜਿਹੜੀ ਇਹਦੀ ਦੂਰੀ ਆ ਉਹ 4 ਹੋਊਗੀ। ਸੇਮ ਬੇਸ 'ਚ ਦੇਖੋ ਇੱਧਰੋਂ 24 ਹੈ ਬੇਟਾ, ਇੱਧਰੋਂ 16 ਹੈ, ਤਾਂ ਡਿਫਰੈਂਸ ਕਿੰਨਾ ਹੈ 8। ਜਦੋਂ ਇਸ ਡਿਫਰੈਂਸ ਨੂੰ ਆਪਾਂ ਇੱਥੇ ਬਰਾਬਰ ਬਰਾਬਰ ਵੰਡਾਂਗੇ ਤਾਂ ਇਹ ਕਿੰਨਾ ਕਿੰਨਾ ਆ ਜਾਊਗਾ 4 4। ਠੀਕ ਹੈ, ਇੰਨੀ ਗੱਲ ਕਲੀਅਰ ਹੋ ਗਈ। ਤਾਂ ਜਿਹੜੀ ਟ੍ਰੈਪੀਜ਼ੀਅਮ ਬਣ ਰਹੀਆਂ ਸੀ, ਸਮਲੰਬ ਬਣ ਰਹੀਆਂ ਸੀ, ਉਹਨਾਂ ਦੀ ਉਚਾਈਆਂ ਕਿੰਨੀਆਂ ਆ ਗਈਆਂ ਆਪਣੇ ਕੋਲੇ 4 ਸੈਂਟੀਮੀਟਰ। ਠੀਕ ਹੈ, ਹੁਣ ਇਹਦੇ ਵਿੱਚ ਜੇ ਆਪਾਂ ਇੰਨੇ ਸਾਰੇ ਨਾਮ ਦੇਵਾਂਗੇ ਤਾਂ ਉਲਝ ਜਾਵਾਂਗੇ। ਤਾਂ ਇੱਥੇ ਤੁਸੀਂ ਕੀ ਲਿਖੋ, ਇਹਨਾਂ ਸਾਰੇ ਪਾਰਟਸ ਨੂੰ ਨੰਬਰ ਦੇ ਦਿਓ। ਜਿਵੇਂ ਇਹਨੂੰ ਕਹਿ ਦਿਓ ਫਸਟ ਪਾਰਟ, ਸੈਕਿੰਡ ਪਾਰਟ, ਥਰਡ, ਫੋਰਥ, ਇੱਧਰ ਵਾਲਾ ਹੋ ਜਾਊਗਾ ਫਿਫਥ। ਠੀਕ ਹੈ, ਤਾਂ ਹੁਣ ਇਹ ਆਪਣੇ 5 ਪਾਰਟਸ ਬਣ ਗਏ। ਤਾਂ ਪੰਜਾਂ ਦਾ ਆਪਾਂ ਨੇ ਅਲੱਗ-ਅਲੱਗ ਖੇਤਰਫਲ ਕੱਢਣਾ। ਹੁਣ ਪਹਿਲਾਂ ਆਪਾਂ ਕੱਢਾਂਗੇ ਏਰੀਆ ਆਫ ਪਾਰਟ 1, ਭਾਗ ਪਹਿਲਾ। ਤਾਂ ਜਿਹੜਾ ਭਾਗ ਪਹਿਲਾ ਹੈ ਉਹਨੂੰ ਧਿਆਨ ਨਾਲ ਦੇਖੋ, ਉਹ ਇੱਕ ਆਇਤ ਹੈ ਜਿਹਦੇ ਵਿੱਚ ਲੰਬਾਈ ਤੇ ਚੌੜਾਈ ਦੋਨੋਂ ਦਿੱਤੀਆਂ ਹੋਈਆਂ ਨੇ। ਕਿੰਨੀਆਂ? 16 ਤੇ 20। ਨਾਲ ਕੀ ਆਣਾ ਹੈ? ਸੈਂਟੀਮੀਟਰ ਦਾ ਸਕੁਅਰ। ਜਮਾ ਸੌਖਾ ਹੈ ਬੇਟਾ, 16 ਦੂਣਾ 32, 320 ਸੈਂਟੀਮੀਟਰ ਸਕੁਅਰ ਇਹਦਾ ਆਨਸਰ ਆ ਜਾਊਗਾ। ਠੀਕ ਹੈ, ਹੁਣ ਆਪਾਂ ਕੱਢਣਾ ਇਹਦਾ ਸੈਕਿੰਡ ਪਾਰਟ। ਹੁਣ ਥੋੜਾ ਜਿਹਾ ਧਿਆਨ ਨਾਲ ਦੇਖੋ, ਜਿਹੜਾ ਸੈਕਿੰਡ ਪਾਰਟ ਹੈ ਤੇ ਜਿਹੜਾ ਥਰਡ ਪਾਰਟ ਹੈ ਉਹ ਜਮਾ ਸੇਮ ਨੇ। ਕਿੱਥੇ ਕਿੱਥੇ ਨੇ ਇਹ? ਇੱਕ ਤਾਂ ਇਹ ਸੀਗਾ ਪਾਰਟ ਤੇ ਇੱਕ ਇੱਥੇ ਸੀ, ਇਹ ਦੋਨੋਂ ਸੇਮ ਨੇ। ਤਾਂ ਇੱਕ ਦਾ ਆਪਾਂ ਆਨਸਰ ਕੱਢਾਂਗੇ, ਦੂਜੇ ਨੂੰ ਐਜ਼ ਇਟ ਇਜ਼ ਲਿਖ ਦਾਂਗੇ। ਠੀਕ ਹੈ, ਤਾਂ ਏਰੀਆ ਆਫ ਸੈਕਿੰਡ ਪਾਰਟ ਤੁਹਾਨੂੰ ਫਿਗਰ 'ਚ ਦਿਖ ਰਿਹਾ ਨਾ, ਏਰੀਆ ਪਾਰਟ ਸੈਕਿੰਡ। ਤਾਂ ਇਹ ਇੱਕ ਟ੍ਰੈਪੀਜ਼ੀਅਮ ਹੈ, ਇਹਦੇ ਵਿੱਚ ਫਾਰਮੂਲਾ ਕੀ ਲੱਗੂਗਾ? ਸਮ ਆਫ ਦਾ ਪੈਰਲਲ ਸਾਈਡਸ ਮਲਟੀਪਲਾਈ ਬਾਈ ਹਾਈਟ। ਹਾਫ ਮੁਰੇ ਆਊਗਾ। ਪੈਰਲਲ ਸਾਈਡਾਂ ਕਿਹੜੀਆਂ ਨੇ? 24 ਤੇ 16। ਤੇ ਉਚਾਈ ਕਿੰਨੀ ਕੱਢੀ ਆਪਾਂ ਹਰੇਕ ਦੀ? 4। ਤਾਂ 1/2 ਗੁਣਾ ਇਹਨਾਂ ਨੂੰ ਜੋੜ ਲਓ, 2 ਦੇ ਨਾਲ 4 ਕੱਟ ਗਿਆ, ਤਾਂ ਇਹਦਾ ਆਨਸਰ ਆਊਗਾ 40 ਦੂਣਾ 80 ਸੈਂਟੀਮੀਟਰ ਸਕੁਅਰ। ਠੀਕ ਹੈ ਜੀ, ਇਹੀ ਕਿਹੜਾ ਸੀ ਪਾਰਟ? ਪਾਰਟ ਨੰਬਰ 3rd। ਇੱਥੇ ਤੁਸੀਂ ਸ਼ਬਦ ਲਿਖ ਲਿਓ ਸਿਮੀਲਰਲੀ। ਵੈਸੇ ਤਾਂ ਆਏ ਹੁੰਦਾ ਸਿਮੀਲਰਲੀ, ਤਾਂ ਇਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਆਈ ਪਾ ਦਿੰਦੇ ਹਾਂ। ਇਹਦਾ ਮਤਲਬ ਹੁੰਦਾ ਇਸੇ ਤਰ੍ਹਾਂ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਏਰੀਆ ਆਫ ਪਾਰਟ 3 ਹੈ ਉਹ ਵੀ ਕਿੰਨਾ ਆਊਗਾ? 80 ਸੈਂਟੀਮੀਟਰ ਸਕੁਅਰ। ਸੋਲਵ ਕਰਕੇ ਦਿਖਾਉਣ ਦੀ ਲੋੜ ਨਹੀਂ, ਕਿਉਂਕਿ ਆਪਾਂ ਲਿਖ ਚੁੱਕੇ ਹਾਂ ਕਿ ਇਸੇ ਤਰ੍ਹਾਂ ਆਨਸਰ ਆਊਗਾ। ਹੁਣ ਹੈਗਾ ਦੇਖੋ ਆਪਣੇ ਕੋਲੇ ਪਾਰਟ ਨੰਬਰ 4 ਤੇ 5 ਦਾ ਏਰੀਆ ਜਮਾ ਸੇਮ ਆਊਗਾ। 4th ਪਾਰਟ ਦੇ ਵਿੱਚ ਇੱਥੇ ਆਪਣੇ ਕੋਲੇ ਕਿਹੜੇ ਪੈਰਲਲ ਸਾਈਡਾਂ ਨੇ? 28 ਤੇ 20। ਇਹ ਵਾਲੀ ਸਾਈਡ ਹੈਗੀ ਆ 28 ਤੇ ਇਹ ਵਾਲੀ ਸਾਈਡ ਹੈਗੀ ਆ 20। ਦੋਨਾਂ ਦੇ ਵਿੱਚ ਅੰਤਰ ਕਿੰਨਾ ਹੈ? ਉਹ 4 ਹੀ ਹੈ। ਤਾਂ ਲਿਖਦੇ ਹਾਂ ਬੇਟਾ ਇਹਨੂੰ ਆਪਾਂ ਏਰੀਆ ਆਫ ਪਾਰਟ 4। ਫਾਰਮੂਲਾ ਉਹੀ ਰਹੂਗਾ, ਹਾਫ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਹਾਈਟ। ਹੁਣੀ ਆਪਾਂ ਸਮਾਂਤਰ ਭੁਜਾਵਾਂ ਦੇਖੀਆਂ ਸੀ, ਕਿਹੜੀਆਂ ਆ ਰਹੀਆਂ ਨੇ? 28 ਤੇ 20। ਤੇ ਆਪਣੇ ਹਾਈਟ ਕਿੰਨੀ ਹੈ? 4। 2 ਨਾਲ 4 ਨੂੰ ਕਟਾ ਲਓ, 8 ਦੂਣੀ 16, 4 ਦੂਣੀ 8 ਤੇ 1 9। ਇਹ ਆ ਜਾਊਗਾ 96 ਸੈਂਟੀਮੀਟਰ ਸਕੁਅਰ। ਤਾਂ ਜਿੰਨਾ ਇਹ ਹੈ ਬੇਟਾ 4th ਪਾਰਟ, ਓਨਾ ਹੀ ਕੀ ਹੋਊਗਾ ਪਾਰਟ 5 ਦਾ ਏਰੀਆ। ਸਿਮਿਲਰਲੀ ਲਿਖ ਦਿਓ, ਇਸੇ ਤਰ੍ਹਾਂ ਲਿਖ ਦਿਓ, ਤਾਂ ਇਹਦਾ ਆਨਸਰ ਵੀ ਕਿੰਨਾ ਆਊਗਾ? 96 ਸੈਂਟੀਮੀਟਰ ਸਕੁਅਰ। ਠੀਕ ਹੈ ਜੀ, ਟਾਈਮ ਤੇ ਡਿਪੈਂਡ ਹੈ। ਜੇ ਤੁਹਾਡੇ ਕੋਲ ਟਾਈਮ ਘੱਟ ਰਹਿ ਰਿਹਾ ਤਾਂ ਸਿਮਿਲਰਲੀ ਕਰਕੇ ਲਿਖ ਦਿਓ। ਤੁਹਾਡੇ ਕੋਲ ਟਾਈਮ ਬਚ ਰਿਹਾ ਤਾਂ ਉਹਨੂੰ ਦੁਬਾਰਾ ਫੇਰ ਸੋਲਵ ਕਰ ਸਕਦੇ ਹੋ, ਤੁਹਾਡੇ ਨੰਬਰ ਨਹੀਂ ਕੱਟੇ ਜਾਣਗੇ। ਠੀਕ ਹੈ ਬੇਟਾ, ਤਾਂ ਦੇਖੋ ਆਪਾਂ ਆਪਣੀ ਫਿਗਰ ਨੂੰ ਬੇਟਾ ਦੇਖੋ, ਇਹ ਫਿਗਰ ਸੀਗੀ, ਇਹਨੂੰ ਆਪਾਂ 1 2 3 4 5 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ। ਪਾਰਟ 1 ਆਪਾਂ ਵਿਚਾਲੜਲਾ ਹਿੱਸਾ ਲਿੱਤਾ ਸੀ ਵਿਚਕਾਰਲਾ, ਜੋ ਕਿ ਇੱਕ ਆਇਤ ਸੀ ਜਿਹਦਾ ਖੇਤਰਫਲ ਹੁੰਦਾ ਹੈ ਲੈਂਥ ਇਨਟੂ ਬ੍ਰੈਡਥ, ਤੋਂ ਆਪਾਂ ਕੱਢ ਲਿਆ। ਜਿਹੜਾ ਸੈਕਿੰਡ ਤੇ ਥਰਡ ਪਾਰਟ ਸੀ ਉਹਦੇ ਵਿੱਚ ਸੈਕਿੰਡ ਤੇ ਥਰਡ ਪਾਰਟ ਦੇਖੋ ਇਸ ਤਰ੍ਹਾਂ, ਇਹ ਤੁਹਾਨੂੰ ਦਿਖ ਰਿਹਾ ਨਾ, ਇਹ ਸੈਕਿੰਡ ਪਾਰਟ ਹੈ
ਇਹ ਥਰਡ ਪਾਰਟ ਸੀ ਇੱਥੇ। ਤਾਂ ਇਹਦੇ ਵਿੱਚ ਆਪਣੇ ਕੋਲੇ ਪੈਰਲਲ ਸਾਈਡਸ ਦੋਨੋਂ ਗਿਵਨ ਸੀ, ਹਾਈਟ ਇਹਨਾਂ ਦੀ ਗਿਵਨ ਸੀ, ਤਾਂ ਉਹਦੇ ਨਾਲ ਆਪਾਂ ਸਮ ਲੰਬ ਚਤੁਰਭੁਜ ਦਾ ਖੇਤਰਫਲ ਲਗਾ ਲਿਆ। ਉਸ ਤੋਂ ਬਾਅਦ ਸੀਗਾ ਆਪਣੇ ਕੋਲੇ ਪਾਰਟ ਨੰਬਰ 4 ਤੇ 5, ਉਹ ਵੀ ਇੱਕ ਸਮ ਲੰਬ ਚਤੁਰਭੁਜ ਸੀ, ਟ੍ਰੈਪੀਜ਼ੀਅਮ ਸੀ, ਜਿਹਦੀਆਂ ਸਮਾਂਤਰ ਭੁਜਾਵਾਂ ਵੀ ਪਤਾ ਸੀ ਤੇ ਹਾਈਟ ਵੀ ਪਤਾ ਸੀ, ਦੂਰੀ ਵੀ ਪਤਾ ਸੀ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਸਿਰਫ ਫਾਰਮੂਲੇ ਲੱਗਣੇ ਸੀ ਬੇਟਾ। ਫਾਰਮੂਲੇ ਲਗਾ ਕੇ ਆਪਾਂ ਨੇ ਸਭ ਦੇ ਅਲੱਗ-ਅਲੱਗ ਆਨਸਰ ਜਿਹੜੇ ਨੇ ਉਹ ਸੋਲਵ ਕੀਤੇ ਨੇ। ਤਾਂ ਆਈ ਹੋਪ ਬੇਟਾ ਜੀ ਤੁਹਾਨੂੰ 11.2 ਐਕਸਰਸਾਈਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਤੇ ਆਪਾਂ ਜਲਦ ਹੀ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ, ਜੋ ਕਿ ਹੋਊਗੀ ਤੁਹਾਡੀ 11.3 ਤੇ। ਬਾਏ ਬੇਟਾ।